ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਮੈਂ ਜੀ ਮੁਹੰਮਦ ਸਰਫਰਾਜ਼ ਇੱਕ ਵਾਰ ਫਿਰ ਦੋਸਤਾਂ ਦੀ ਖਿਦਮਤ ਦੇ ਵਿੱਚ ਹਾਜ਼ਰ ਜੀ। ਮੇਰੇ ਨਾਲ ਇੱਕ ਬਜ਼ੁਰਗ ਨੇ, ਜਿਹੜੇ ਵਿਟਨੈਸ ਨੇ, ਜਿਹੜੇ ਗਵਾਹ ਨੇ ਇਸ ਮੁਲਕ ਨੂੰ ਬਣਦਿਆਂ ਦੇਖਿਆ, ਜਿਨ੍ਹਾਂ ਨੇ ਜਦਾਈਆਂ ਹੁੰਦੀਆਂ ਦੇਖੀਆਂ, ਘਰ-ਬਾਰ ਆਪਣੇ ਛੱਡੇ, ਤੇ ਮੈਂ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਮੀਆਂ ਜੀ ਸਲਾਮ ਅਲੈਕਮ। ਵਾਲੇਕੁਮ ਸਲਾਮ ਜੀ। ਤੁਹਾਡਾ ਨਾਂ ਕੀ ਹੈ ਜੀ? ਸਲਾਮਤ ਅਲੀ ਜੀ। ਸਲਾਮਤ ਅਲੀ ਸਰ। ਤੁਸੀਂ ਅੱਜ ਕੱਲ੍ਹ ਕਿੱਥੇ ਰਹਿੰਦੇ ਆ ਜੀ? ਅਸੀਂ ਜੀ ਜੜ੍ਹਾਂ ਵਾਲੀ ਦੇ ਕੋਲ ਆ, ਚਾਰ ਚੱਕ ਚੱਕੂ ਮੋੜ ਲਾਹੌਰ ਰੋਡ ਤੇ। ਲਾਹੌਰ ਰੋਡ ਤੇ ਚਾਰ ਚੱਕ ਚੱਕੂ ਮੋੜ। ਹਾਂਜੀ ਹਾਂਜੀ। ਅੱਛਾ, ਜਦੋਂ ਪਾਕਿਸਤਾਨ ਬਣਿਆ ਹਾਂਜੀ, ਕਿੱਡੇ ਕੁ ਸੀ ਉਦੋਂ? ਉਦੋਂ 8 ਸਾਲ ਦੇ ਸੀ। ਤੁਹਾਨੂੰ ਹੋਸ਼ ਆ? ਹਾਂਜੀ ਹਾਂਜੀ। ਤੁਹਾਡਾ ਪਿਛਲਾ ਪਿੰਡ ਕਿਹੜਾ ਸੀ? ਬੋਣ ਜੀ। ਬੋਣ? ਹਾਂਜੀ। ਤਹਿਸੀਲ ਕਿਹੜੀ ਸੀ? ਤਹਿਸੀਲ ਹੁਸ਼ਿਆਰਪੁਰ ਜੀ। ਜ਼ਿਲ੍ਹਾ ਵੀ ਹੁਸ਼ਿਆਰਪੁਰ। ਜ਼ਿਲ੍ਹਾ ਵੀ ਹੁਸ਼ਿਆਰਪੁਰ। ਹਾਂਜੀ। ਤੇ ਆਲੇ ਦੁਆਲੇ ਕਿਹੜੇ ਪਿੰਡ ਸੀਗੇ? ਸਾਡੇ ਜੀ ਆਲੇ ਦੁਆਲੇ ਪਿੰਡ ਸੀਗੇ, ਬੋਣ ਦੇ ਅਸੀਂ ਸੀਗੇ, ਨਾਲ ਬੂਸਗੜ੍ਹ ਵੀ ਸੀਗਾ, ਨੌਗਰਾਮਾ ਵੀ ਸੀ, ਸਲੇਮਪੁਰ ਵੀ ਸੀਗੇ, ਮੁਸਖਾਂ ਦੀ ਬਸੀ, ਕਾਜ਼ੀਆਂ ਦੀ ਬਸੀ, ਪਠਾਣਾ ਦੀ ਬਸੀ, ਅਤੇ ਉਸ ਠਰੋਲੀ, ਚੱਕ ਸਾਧੂ ਦਾ। ਇਹ ਸਾਡੇ ਨਜ਼ਦੀਕ ਰਿਸ਼ਤੇਦਾਰਾਂ ਦੇ ਪਿੰਡ ਸੀ ਆਪਣੇ ਸਾਡੇ। ਇਹ ਮਤਲਬ ਕੌਮ ਕਿਹੜੀ, ਆਪਣੀ ਬਰਾਦਰੀ ਕਿਹੜੀ ਹੈ? ਗੁੱਜਰ ਬਰਾਦਰੀਆਂ ਜੀ। ਤੇ ਗੋਤ ਕਿਹੜੀ ਤੁਹਾਡੀ? ਕਿਸਾਨੇ ਜੀ। ਕਿਸਾਨੇ। ਵਾਹ ਜੀ ਵਾਹ, ਫਿਰ ਜ਼ਬਰਦਸਤ ਕੌਮ ਆ ਕੇ। ਹਾਂਜੀ ਹਾਂਜੀ। ਅੱਛਾ ਜੀ। ਗੁੱਜਰਾਂ ਦੀਆਂ ਉੱਚੀਆਂ ਗੋਤਾਂ ਚੋਂ ਕਿਸਾਨਿਆਂ ਦੀ ਵੀ ਇੱਕ ਗੋਤ ਆ। ਹਾਂਜੀ। ਅੱਛਾ, ਉਹ ਇਹ ਜਿਹੜੇ ਪਿੰਡ ਤੁਸੀਂ ਦੱਸੇ ਮੁਸਲਮਾਨਾਂ ਦੇ ਸੀ ਜਾਂ ਸਿੱਖਾਂ ਹਿੰਦੂਆਂ ਦੇ ਸੀ? ਰਲਵੇਂ ਸੀ ਜੀ। ਰਲਵੇਂ ਸੀ। ਹਾਂਜੀ। ਉੱਥੇ ਆਲੇ ਦੁਆਲੇ ਜਿਹੜੇ ਸਿੱਖਾਂ ਦੇ ਪਿੰਡ ਸੀ ਉਹ ਕਿਹੜੇ ਸੀ, ਹਿੰਦੂਆਂ ਦੇ ਕਿਹੜੇ ਸੀ? ਜਿਹੜਾ ਬੋਣ ਪਿੰਡ ਸੀ ਜੀ, ਇਹ ਜ਼ਿਆਦਾ ਸਿੱਖਾਂ ਦਾ ਹੀ ਸੀਗਾ। ਅੱਛਾ ਜੀ, ਤੁਹਾਡੇ ਵਾਲਾ ਪਿੰਡ? ਹਾਂ। ਅੱਛਾ। ਤੇ ਹੋਰ ਜਿਹੜੇ ਇੱਕ ਹੁਸ਼ਿਆਰਪੁਰ ਦੇ ਆਲੇ ਦੁਆਲੇ ਸਲੇਮਪੁਰ ਸੀਗਾ, ਉਹ ਵੀ ਜ਼ਿਆਦਾ ਸਿੱਖਾਂ ਦਾ ਸੀਗਾ। ਅੱਛਾ ਜੀ। ਹਾਂਜੀ। ਇਸ ਤਰ੍ਹਾਂ ਮੁਖਤਲਿਫ ਜੀ, ਕੁਝ ਪਿੰਡਾਂ ਸਾਂਝੇ ਵੀ ਸੀ, ਬੰਦੇ ਬੈਠੇ, ਸਾਂਝੀਆਂ ਕੌਮਾਂ ਬੈਠੀਆਂ। ਤੁਹਾਡਾ ਨਾਂ ਸਲਾਮਤ ਅਲੀ, ਤੁਹਾਡੇ ਅੱਬਾ ਜੀ ਦਾ ਕੀ ਨਾਂ ਸੀ? ਅਲੀ ਬਖਸ਼। ਅਲੀ ਬਖਸ਼। ਦਾਦੇ ਦਾ ਵੀ ਯਾਦ ਆ? ਹਾਂਜੀ। ਕੀ ਸੀ? ਉਮਰ ਬਖਸ਼। ਉਮਰ ਬਖਸ਼। ਹਾਂਜੀ। ਤੁਸੀਂ ਕਿੰਨੇ ਭਾਈ? ਅਸੀਂ ਜੀ 7 ਭਾਈ ਸੀ, ਤੇ ਹੁਣ ਮੈਂ ਸਲਾਮਤ ਅਲੀ ਇਕੱਲਾ ਹੀ ਹਾਂ। ਅੱਛਾ ਜੀ, ਅੱਲਾ ਦੂਸਰਿਆਂ ਦੇ ਜੀ ਅੱਲਾ ਨੂੰ ਪਿਆ ਨਸੀਬ। ਅੱਲਾ 7 ਤੁਸੀਂ ਭਾਈ ਸੀ। ਭੈਣਾਂ? ਭੈਣਾਂ ਜੀ 3। ਭੈਣਾਂ 3 ਸੀ। ਨਾਨਕੇ ਕਿਹੜੇ ਪਿੰਡ ਸੀਗੇ? ਨਾਨਕੇ ਸਾਡੇ ਸੀਗੇ ਜੀ ਚੱਕ ਸਾਧੂ ਦਾ। ਚੱਕ ਸਾਧੂ। ਹਾਂਜੀ। ਅੱਛਾ ਜੀ। ਹਾਂਜੀ। ਉਹ ਕਿੰਨੀ ਕੁ ਦੂਰ ਸੀਗਾ? ਉਹ 7 ਤੋਂ 6 ਮੀਲ ਤਕਰੀਬਨ ਹੋਊਗਾ। 6 ਮੀਲ। ਹਾਂ। ਕਿੱਦਾਂ ਜਾਂਦੇ ਹੁੰਦੇ ਸੀ? ਕੋਈ ਸੜਕ ਸੀ, ਰੇਲ ਸੀ, ਜਾਂ ਤੁਰ ਕੇ? ਤੁਰ ਕੇ ਜੀ। ਅੱਛਾ ਜੀ, ਤੁਰ ਕੇ ਜਾਂ ਗੱਡਿਆਂ ਗੁੱਡਿਆਂ ਤੇ? ਹਾਂਜੀ ਹਾਂਜੀ। ਠੀਕ ਆ। ਅੱਛਾ। ਤੇ ਜਦੋਂ ਪਾਕਿਸਤਾਨ ਬਣਿਆ, ਤੁਸੀਂ ਦੱਸਦੇ ਤੁਹਾਡੇ ਪਿੰਡ ਸਿੱਖ ਵੀ ਰਹਿੰਦੇ ਸੀਗੇ? ਹਾਂਜੀ। ਸਿੱਖਾਂ ਤੋਂ ਇਲਾਵਾ ਕੋਈ ਸੈਣੀ, ਕੋਈ ਖੱਤਰੀ, ਉਹ ਵੀ ਰਹਿੰਦੇ ਸੀ? ਹਾਂਜੀ ਹਾਂਜੀ, ਰਹਿੰਦੇ ਸੀ। ਉਹਨਾਂ ਦੇ ਨਾਲ ਪਹਿਲਾਂ ਸਲੂਕ ਕਿੱਦਾਂ ਦਾ ਸੀ? ਪਹਿਲੇ ਬੜਾ ਸਲੂਕ ਸੀ ਜੀ। ਸਾਰੇ ਰਲ ਮਿਲ ਕੇ ਇੱਕ ਦੂਸਰੇ ਨਾਲ ਕੰਮ ਵੀ ਲੈਂਦੇ ਦਿੰਦੇ ਸੀਗੇ। ਅੱਛਾ ਜੀ। ਤੇ ਜਿਸ ਵੇਲੇ ਸੰਨ 47 ਦੇ ਵਿੱਚ ਉਜਾੜੇ ਪਏ ਆ, ਹਾਂਜੀ, ਤੇ ਇੱਧਰੋਂ ਮਲਤਾਨ ਤੋਂ ਤੇ ਇੱਧਰੋਂ ਚੱਕਾਂ 'ਚੋਂ ਸ਼ਹਿਰਾਂ 'ਚੋਂ ਜ਼ਿਲ੍ਹਿਆਂ 'ਚੋਂ ਗਏ ਨਾ ਰੋੜੇ, ਖੱਤਰੀ, ਬਾਹਮਣ, ਸੈਣੀ ਵਗੈਰਾ, ਉਹਨਾਂ ਨੇ ਜਾ ਕੇ ਉੱਥੇ ਅੱਗ ਬਾਲ ਦਿੱਤੀ ਵੀ ਸਾਨੂੰ ਮੁਸਲਮਾਨਾਂ ਨੇ ਬਹੁਤ ਮਾਰਿਆ। ਅੱਛਾ। ਤੇ ਉਹਨਾਂ ਸਿੱਖਾਂ ਨੇ ਫਿਰ ਜਨਾਬ ਬੋਣ ਦਿਆਂ ਨੇ ਤੇ ਨਜ਼ਦੀਕ ਪਿੰਡ ਜਿਹੜੇ ਹੋਰ ਸਿੱਖਾਂ ਦੇ ਸੀ, ਉਹਨਾਂ ਨੇ ਰਲ ਕੇ ਮਸ਼ਵਰਾ ਕੀਤਾ ਵੀ ਅਸੀਂ ਵੀ ਹੁਣ ਮੁਸਲਮਾਨਾਂ ਨੂੰ ਮਾਰੀਏ। ਅੱਛਾ। ਤੇ ਉਹ ਜਦੋਂ ਅੱਗ ਬਾਲਣੀ ਸ਼ੁਰੂ ਹੋਈ ਤੇ ਅਸੀਂ ਸੀ ਬੈਠੇ, ਸਾਡੇ ਬਾਪ ਸੀ 3 ਭਰਾ, ਤੇ ਅਸੀਂ ਉਹ ਨਾ ਵੱਖਰੇ ਬੈਠੇ ਸੀ, ਇੱਕ ਜਿਸ ਤਰ੍ਹਾਂ ਢਾਰੀਆਂ ਸਮਝ ਲਵੋ। ਅੱਛਾ। ਉੱਥੋਂ ਜੀ ਫਿਰ 30 ਘਰ ਸੀਗੇ ਜੱਟਾਂ ਦੇ ਤੇ ਰਜਪੂਤਾਂ ਦੇ, ਅਸੀਂ ਉਹਨਾਂ ਦੇ ਕੋਲ ਚਲੇ ਗਏ। 2 ਮਰਬੇ ਹਟਵੇਂ ਸੀ, ਅਸੀਂ ਉਹਨਾਂ ਕੋਲ ਚਲੇ ਗਏ ਵੀ ਹੁਣ ਖਤਰੇ ਦਾ ਕੰਮ ਆ। ਤੇ ਅਸੀਂ ਉਹਨਾਂ ਦੇ ਕੋਲ ਗਿਆ ਨੂੰ 4 ਦਿਨ ਹੋ ਗਏ, ਤੇ ਬੋਣ ਦੇ ਸਿੱਖ ਜਿਹੜੇ ਆ ਉਹ ਚੜ੍ਹੇ ਕੋਈ 3-4 ਹਜ਼ਾਰ ਬੰਦਾ ਲੈ ਕੇ। ਹਾਂ, 4 ਬੰਬ ਲਏ ਉਹਨਾਂ ਨੇ। ਤੇ ਪਿੰਡ ਕਿੱਡਾ ਕੁ ਵੱਡਾ ਸੀ? ਬਹੁਤ ਵੱਡਾ ਪਿੰਡ, ਕਸਬਾ ਸੀਗਾ ਬਹੁਤ। ਹਾਂ। ਤੁਹਾਡੇ ਪਿੰਡ ਦੇ ਤੁਹਾਡੇ ਤੇ ਚੜ੍ਹਾਈ ਕਰ ਗਏ? ਕੋਈ ਸ਼ਰਮ ਨਾ ਆਈ ਉਹਨਾਂ ਨੂੰ? ਨਾ ਜੀ, ਕੋਈ ਨਾ। ਅੱਛਾ ਜੀ। ਹਾਂਜੀ। ਕੋਈ ਵਿੱਚੋਂ ਹੁੰਦੇ ਵੀ ਸ਼ਰੀਕੇ ਭਾਏ ਬੰਦੇ, ਮੁਖਾਲਫਤ ਵੀ ਵਿੱਚ ਹੁੰਦੇ ਆ। ਅੱਛਾ। ਹਾਂਜੀ। ਹਾਂ। ਉਹ ਜਿਹੜੇ 30 ਘਰ ਸੀ ਨਾ, ਉਹ ਰਜਪੂਤਾਂ ਦੇ ਤੇ ਜੱਟਾਂ ਦੇ ਸੀਗੇ। ਉਹਨਾਂ ਕਦੀ ਕਿਸੇ ਦੇ ਪੱਠੇ ਵੱਢ ਲੈ, ਜਾ ਕਿਸੇ ਦੀ ਕੋਈ ਬਾਲਣ ਲੱਕੜੀ ਚੱਕ ਲਿਆ, ਇਹੋ ਜਿਹਾ ਕੰਮ ਸੀ ਨਾ। ਥੋੜ੍ਹੀ ਬਹੁਤੀ ਮੁਖਾਲਫਤ ਹੈ ਸੀ, ਮਾੜੀ ਮੋਟੀ। ਉਹ ਜੀ ਬੋਣ ਦੇ ਫਿਰ ਨਾ 4 ਹਜ਼ਾਰ ਸਿੱਖ ਚੜ੍ਹਿਆ ਨਾ ਜਿਸ ਵੇਲੇ, ਤੇ ਉਹ ਅਸੀਂ ਉਹਨਾਂ ਦੇ ਕੋਲ ਚਲੇ ਗਏ। ਅਸੀਂ ਅਮਦਾਦੀ ਤੌਰ 'ਤੇ ਇਕੱਠੇ ਹੋ ਜਾਵਾਂਗੇ ਆਪਾਂ। ਉਹਨਾਂ ਜੀ 4 ਦਿਨ ਹੋ ਗਏ ਸਾਨੂੰ ਗਿਆ ਨੂੰ, ਤੇ ਉਹਨਾਂ ਨੇ ਹਮਲਾ ਕੀਤਾ ਉਸ ਪਿੰਡ ਦੇ ਉੱਤੇ। ਤੇ ਕੋਈ ਸਾਉਣ ਭਾਦੋਂ ਦੇ ਦਿਨ ਸੀ, ਗਰਮੀਆਂ ਦੇ, ਕੋਈ ਬੁੜੀਆਂ, ਬੱਚੇ।
ਉਹ ਪਿੰਡ ਦਾ ਨਾਂ ਸੀ ਨੌਗਰਾਮਾ। 9 ਗ੍ਰਾਮ। ਹਾਂ ਅੱਛਾ ਜੀ। ਅੱਛਾ ਉਹ ਜਨਾਬ ਉਹ ਜਦ ਸਿੱਖ ਪਏ ਨਾ ਤੇ ਬੰਦੇ ਆਲੇ ਦੁਆਲੇ ਪਿੰਡਾਂ ਦੇ ਕੋਈ ਬਾਹਕਾਂ ਮਾਲ ਡੰਗਰ ਬਿਠਾ ਲਿਆ ਹੋਇਆ ਸੀਗਾ। ਉਹ ਬੰਦੇ ਵੀ ਉੱਠ ਪਏ ਤੇ ਉਹ ਵੀ ਆ ਗਏ ਸਿੱਖ ਜੀ। ਤੇ ਉਹਨਾਂ ਨੇ ਲੋਹੇ ਦੀਆਂ ਵਰਦੀਆਂ ਪਾਈਆਂ ਹੋਈਆਂ ਸਿੱਖਾਂ ਨੇ ਅੱਛਾ। ਤੇ ਬਰਸ਼ੇ ਤਲਵਾਰਾਂ ਲੈ ਕੇ ਤੇ ਬੰਦੂਕਾਂ ਲੈ ਕੇ ਤੇ ਉਹ ਸਾਨੂੰ ਪੈ ਗਏ ਅੱਛਾ ਰਾਤ ਦੇ 12 ਵਜੇ। ਜੀ। ਤੇ ਉਹ ਅਸੀਂ ਫਿਰ ਉਹਨਾਂ ਨਾਲ ਲੜਾਈ ਅਸੀਂ ਵੀ ਸ਼ੁਰੂ ਕਰ ਦਿੱਤੀ। ਹਾਂਜੀ ਉਹ ਜੀ 5 ਮਾਰ ਗਏ ਜੱਟ ਤੇ ਰਜਪੂਤ ਜੀ। ਤੇ ਇੱਕ ਮੇਰਾ ਭਰਾ ਛੋਟਾ ਨਿਆਮਤ ਅਲੀ ਉਹਦਾ ਨਾਂ ਸੀਗਾ, ਉਹਨੂੰ ਵੀ ਸ਼ਹੀਦ ਕਰ ਦਿੱਤਾ ਉਹਨੇ। ਉਹਨੂੰ ਵੀ ਸ਼ਹੀਦ ਹਾਂ ਕਰਤਾ, 5 ਉਹ ਸ਼ਹੀਦ ਕਰਤੇ। ਹਾਂ 6 ਸ਼ਹੀਦ ਹੋ ਗਏ। 6 ਸ਼ਹੀਦ ਹੋ ਗਏ ਤੇ 6-7 ਫੱਟੜ ਹੋ ਗਏ ਨਿੱਕੇ ਵੱਡੇ ਬੱਚੇ, ਅੱਛਾ ਜੀ। ਉਹ ਸ਼ਹੀਦ ਹੋ ਗਏ। ਅੱਛਾ ਜੀ। ਤੇ ਉਸ ਵੇਲੇ ਲੜਾਈ ਹੁੰਦੀ ਰਹੀ ਤੇ ਫਿਰ ਅਖੀਰ ਉਹ ਜੀ ਚਲੇ ਗਏ ਅੱਛਾ ਜੀ। ਪਿੰਡ ਨੂੰ ਵਾਪਸ ਚਲੇ ਗਏ ਉਹ। ਜੀ। ਫਿਰ ਜਨਾਬ ਅਸੀਂ ਉੱਥੋਂ ਉੱਜੜੇ ਹਾਂ ਤੇ ਅਸੀਂ ਚਲੇ ਗਏ ਆਪਣੇ ਸਹੁਰਿਆਂ ਦੇ। ਅਸੀਂ ਇੱਕੋ ਹੀ ਘਰ 2 ਭਰਾ ਵਿਆਹੇ ਸੀ। ਤੁਸੀਂ ਉਦੋਂ ਵਿਆਹੇ ਹੋਏ ਸੀ? ਹਾਂ ਨਹੀਂ ਹਾਂ। ਵਿਆਹ ਤਾਂ ਇੱਥੇ ਹੋਇਆ ਵੀ ਉਸ ਘਰ ਸਾਡੀ ਸ਼ਾਦੀ ਹੋਈ ਨਹੀਂ ਬਾਅਦ ਚ। ਬਾਅਦ ਚ ਫਿਰ ਹੋਈ ਆ। ਇੱਕ ਭਰਾ ਪਹਿਲੇ ਦਾ ਵਿਆਹਿਆ ਸੀ ਹਾਂਜੀ। ਤੇ ਮੇਰੀ ਬਾਅਦ ਚ ਹੋਈ ਤੁਹਾਡੀ ਸ਼ਾਦੀ। ਇੱਥੇ ਆ ਕੇ ਹੋਈ ਆ? ਹਾਂਜੀ ਇੱਥੇ ਹੋ ਗਈ ਉਹ ਕਿਹੜਾ ਪਿੰਡ ਸੀ? ਉਹ ਜੀ ਠਰੋਲੀ ਸੀ, ਠਰੋਲੀ ਠਰੋਲੀ ਗੁਜਰਾਂ ਦਾ ਪਿੰਡ ਸੀਗਾ। ਦੁਬਾਰਾ ਕਿਉਂ? ਠਰੋਲੀ ਠਰੋਲੀ ਗੁਜਰਾਂ ਦਾ। ਅੱਛਾ ਹਾਂ ਜੀ। ਉਹ ਉੱਥੇ ਅਸੀਂ ਚਲੇ ਗਏ ਹਾਂਜੀ ਸਹੁਰਿਆਂ ਦੇ। ਹਾਂਜੀ। ਅੱਛਾ ਉੱਥੇ ਜਨਾਬ ਸਿੱਖਾਂ ਨੇ ਫੇਰ ਨਾ ਕੋਈ 4000 ਤਕਰੀਬਨ ਦੱਸਦੇ ਸਿੱਖ, ਉਹਨਾਂ ਨੇ ਰਲ ਕੇ ਨਾ ਜੀ। ਜਿਸਾ ਕੀਤਾ ਤੇ 12 ਪਿੰਡ ਸਾੜ ਦਿੱਤੇ। ਅੱਛਾ ਜੀ। ਹਾਂ ਉਹ ਜੀ ਭੇੜੂ ਤੇ ਮਹਿੰਗਰਵਾਲ ਤੇ ਇਸ ਪਿੰਡ ਜਿਹੜੇ ਨਾ ਲੈਣ ਦੇ ਹੀ ਹਾਂਜੀ ਇੱਕ ਉਹਨਾਂ ਨੇ ਜੀ ਕੋਈ ਮਾਰ ਦਿੱਤੇ, ਸ਼ਹੀਦ ਕਰ ਦਿੱਤੇ, ਹਾਂਜੀ। ਕੋਈ ਪਿੰਡ ਸਾੜ ਦਿੱਤੇ, ਕੋਈ ਨੱਸ ਭੱਜ ਕੇ ਮੁਸਲਮਾਨ ਬਚ ਗਏ, ਜੀ ਗਰੀਬ ਲੋਕ ਸੀਗੇ। ਜੀ। ਤੇ ਉਹ ਵੀ ਜਨਾਬ ਆ ਗਏ ਚੱਕ ਸਾਧੂ ਦੇ। ਅੱਛਾ ਜੀ। ਚੱਕ ਸਾਧੂ ਜਿਹੜਾ ਉਹ ਸ਼ਹਾਦਤ ਦਾ ਨਾਂ ਸੀਗਾ, ਗੁੱਜਰ ਸੀਗਾ ਤੇ ਉਹ ਜੈਲਦਾਰ ਸੀਗਾ ਜੀ। ਗੁੱਜਰਾਂ ਦਾ। ਜੀ। ਗੁੱਜਰਾਂ ਦੇ 40-50 ਪਿੰਡ ਸੀ ਉੱਥੇ, ਪਹਾੜੀ ਦੇ ਨਾਲ ਨਾਲ ਛੋਟੇ ਛੋਟੇ ਪਿੰਡ ਸੀ। ਠੀਕ ਹੈ ਜੀ। ਉਹ ਜੈਲਦਾਰ ਦੇ ਕੋਲ ਆ ਗਏ। ਅੱਛਾ ਜੀ। ਉੱਥੇ ਕੰਪ ਲੱਗ ਗਿਆ ਜੈਲਦਾਰ ਦੇ ਕੋਲ ਤੇ ਉਹਦੇ ਪੁੱਤ ਸੀ ਕੋਈ ਬ੍ਰਿਗੇਡੀਆ ਕੋਈ ਕਰਨਲ, ਉਹ ਵੀ ਆਏ ਹੋਏ ਹਾਂਜੀ। ਤੇ ਅਸਲਾ ਵੀ ਉਹਨਾਂ ਕੋ ਬੇਬਹਾ। ਅੱਛਾ ਜੀ। ਤੇ ਉਹ ਜਿਸ ਵੇਲੇ 12 ਪਿੰਡ ਸਾੜ ਕੇ ਇੱਕ ਬੰਦੇ ਸ਼ਹੀਦ ਕਰਕੇ ਨਾ ਉਸ ਪਿੰਡ ਨੂੰ ਆਏ ਜੀ। ਤੇ ਟਾਈਮ ਹੋ ਗਿਆ ਜੀ ਅਸਰ ਦਾ। ਹਾਂਜੀ। ਅਸਰ ਦਾ ਟਾਈਮ ਹੋ ਗਿਆ ਤੇ ਉਹ ਜੈਲਦਾਰ ਨੇ ਆਖਿਆ ਆਪਣੇ ਪੁੱਤਰਾਂ ਨੂੰ ਜੀ। ਭਈ ਅੱਜ ਜਾਨ ਸਾਡੀ ਵੀ ਨਹੀਂ ਬਚਣੀ, ਹਾਂਜੀ। ਨਾ ਤੁਹਾਡੀ ਪੁੱਤਰੋ ਬਚਣੀ ਆ। ਜੀ। ਤੇ ਐ ਕਾਫਰ ਦੇ ਅੱਗੇ ਲੰਮੇ ਪੈ ਜਾਣਾ, ਇਹ ਕੋਈ ਮੁਸਲਮਾਨੀ ਨਹੀਂ। ਅੱਛਾ ਜੀ। ਤੇ ਤੁਸੀਂ ਅੱਜ ਕੁਝ ਹੱਥ ਦਿਖਾ ਲਓਗੇ ਜੀ। ਤੇ ਫਿਰ ਅਸੀਂ ਬਸਾਂਗੇ, ਨਹੀਂ ਤਾਂ ਇਹਨਾਂ ਸਾਨੂੰ ਵੀ ਮਾਰ ਜਾਣਾ ਹੈ। ਠੀਕ ਆ। ਉਹ ਮੁੰਡੇ ਸੀ ਗੱਭਰੂ ਨੌਜਵਾਨ ਵਾਲੇ ਫੌਜੀ ਅਫਸਰ ਸੀਗੇ। ਹਾਂਜੀ। ਉਹਨਾਂ ਨੇ ਜਨਾਬ ਸਾਰੇ ਨਾ ਢੋਲ ਵਜਾਤਾ, ਨਗਾਰਾ ਖੜਕਾਤਾ ਹਾਂਜੀ। ਤੇ ਜੋ ਗੁਜਰਿਆ ਪੱਗ ਬੰਨ ਸਾਰੇ ਹੀ ਆ ਜਾਓ ਮੇਰੇ ਪਿੰਡ ਨੂੰ। ਅੱਛਾ ਜੀ। ਤੇ ਉਹ 3-4 ਮੀਲ ਅਜੇ ਪਿੱਛੇ ਆ ਰਿਹਾ ਸੀਗਾ ਜਸਾ ਸਿੱਖਾਂ ਦਾ। ਜੀ। ਉਹ ਜਨਾਬ ਉਹ ਗੁੱਜਰ ਵੀ ਇਕੱਠੇ ਹੋ ਕੇ ਆ ਗਏ ਤੇ ਉਹ ਸਿੱਖ ਵੀ ਆ ਗਏ ਪਿੰਡ ਨੂੰ। ਉਸ ਨੂੰ ਜਦੋਂ ਹਮਲਾ ਬੋਲਣ ਲੱਗੇ ਨਾ ਤੇ ਉਹਨਾਂ ਮੁੰਡਿਆਂ ਨੇ ਉਹ ਕਰਨਲ ਸੀਗੇ, ਕੋਈ ਬ੍ਰਿਗੇਡੀਆ ਸੀਗਾ ਤੇ ਉਹਨਾਂ ਕੋਲ ਗਨ ਮਸ਼ੀਨਾਂ ਪੱਕੀਆਂ ਰਫਲਾਂ ਤੇ ਉਹਨਾਂ ਨੇ ਵੀ ਨਾ ਆਖਿਆ ਸਾਰਿਆਂ ਗੁੱਜਰਾਂ ਨੂੰ ਵੀ ਤੁਸਾਂ ਲੰਮੇ ਪੈ ਕੇ ਗੋਡੇ ਰੋੜੀ ਹੋ ਕੇ ਸਾਡੇ ਮਗਰ ਆਉਣਾ, ਤਲਵਾਰਾਂ ਬਰਸ਼ੀਆਂ ਲੈ ਕੇ ਕੁਹਾੜੀਆਂ, ਤੇ ਸਾਡੇ ਅੱਗੇ ਨਹੀਂ ਤੁਸੀਂ ਕਿਸੇ ਬੰਦੇ ਨੇ ਹੋਣਾ ਤੇ ਤੁਸੀਂ ਪਿੱਛੇ ਰਿਓ ਸਾਤੇ, ਅਸੀਂ ਜੋ ਕੁਛ ਹੋਇਆ ਉਹਨਾਂ ਨਾਲ ਕਰਾਂਗੇ। ਉਹ ਜਨਾਬ ਜਿਹੜੇ 4000 ਸਿੱਖ ਪਿਆ ਨਾ ਪਿੰਡ ਨੂੰ, ਉਹਨਾਂ ਨੇ ਉਹ ਗਨ ਮਸ਼ੀਨਾਂ ਛੱਡ ਦਿੱਤੀਆਂ। ਜਿਸ ਵੇਲੇ 2000 ਸਿੱਖ ਮਰ ਗਿਆ ਨਾ ਪੈਰ ਤੇ ਹੀ, ਤੇ ਜੂਏ ਨੱਸ ਗਏ, ਜੂਏ ਦੌੜ ਗਏ। ਫਿਰ ਉੱਥੋਂ ਫਿਰ ਜਨਾਬ ਉਹਨਾਂ ਸਿੱਖਾਂ ਨੇ ਆਖਿਆ ਵੀ ਇਹ ਜਿਹੜਾ ਪਿੰਡ ਹੈ ਨਾ, ਇਹ ਚੱਕ ਦਾ ਕਾਫਲਾ, ਇਹ ਅੰਮ੍ਰਿਤਸਰ ਨਾ ਲੰਘੇ। ਸਾਧੂ ਵਾਲਾ ਕਾਫਲਾ ਅੰਮ੍ਰਿਤਸਰ ਨਾ ਲੰਘੇ। 2000 ਸਿੱਖ ਮਾਰ ਦਿੱਤਾ ਉਹਨਾਂ ਦਾ ਤੇ ਇਹਨਾਂ ਨੂੰ ਅਸੀਂ ਛੱਡਣਾ ਨਹੀਂ। ਤੇ ਉੱਥੋਂ ਫਿਰ ਜੈਲਦਾਰ ਨੇ ਆਖਿਆ ਵੀ ਹੁਣ ਪਠਾਨਾਂ ਦਾ, ਉਹ ਪਠਾਨ ਸੀ ਆਈ ਜੀ ਲੀਕ ਅਹਿਮਦ, ਸਈਦ ਅਹਿਮਦ, ਬਾਅਦ ਹਿੰਦੁਸਤਾਨ ਪਾਕਿਸਤਾਨ ਬਣੇ ਤੋਂ ਬਾਅਦ ਵੀ ਰਿਹਾ ਹਾਂਜੀ ਪਠਾਨ। ਉਹਨਾਂ ਦੇ ਪਿੰਡ ਆ ਗਿਆ ਜੀ ਉਹ ਕਾਫਲਾ। ਉਹਨਾਂ ਦੇ ਪਿੰਡਾਂ ਦੇ ਵੀ ਉੱਥੇ ਰਲ ਗਏ, ਸਾਡਾ ਵੀ ਰਲ ਗਿਆ। ਅੱਗੋਂ ਜੀ ਫਿਰ ਕਾਫਲੇ ਬਖਤੇ ਨਾ ਕੋਈ 10-10 15-15 ਮੀਲ ਤੇ ਲੱਗਦੇ ਰਹੇ। ਜਿਸਲੇ ਜਨਾਬ ਅਸੀਂ ਅੰਮ੍ਰਿਤਸਰ ਆਏ ਹਾਂ ਨਾ, ਤੇ ਉਸ ਵੇਲੇ ਕੋਈ ਸ਼ੈ ਨਹੀਂ ਸੀ ਦਿਸਦੀ ਪੂਰੇ ਜ਼ਿਲ੍ਹੇ ਦੇ ਵਿੱਚ ਹੀ
ਸਿੱਖ ਹੀ ਸਿੱਖ ਫਿਰਦੇ ਸੀਗੇ। ਅੱਛਾ ਜੀ। ਫੌਰੀ ਤੌਰ ਗੱਡੀਆਂ ਅੰਗਰੇਜ਼ ਦੀਆਂ ਆਈਆਂ, ਹਾਂਜੀ। ਉਹਨਾਂ ਨੇ ਕਲਫੂਆ ਲਾਤਾ ਤੇ ਉਹਨਾਂ ਨੂੰ ਅੰਦਰ ਹੀ ਬਾੜ ਦਿੱਤਾ। ਅੱਛਾ ਜੀ। ਸਾਡੇ ਕਾਫਲੇ ਦਾ ਉਹ ਸਿੱਖ ਕਹਿੰਦੇ ਸੀ ਵੀ ਇਹ ਕਾਫਲਾ ਨਹੀਂ ਅਸੀਂ ਲੰਘਣ ਦੇਣਾ, ਠੀਕ ਹੈ। ਬਿਲਕੁਲ ਥਾਂ ਮਾਰ ਦੇਣਾ। ਠੀਕ ਹੈ। ਤੇ ਉੱਥੋਂ ਜਨਾਬ ਉਹ ਅੰਗਰੇਜ਼ ਨੇ ਫਿਰ ਨਾ ਇੱਕ ਤੋਪ ਅੱਗੇ ਲਾਤੀ ਕਾਫਲੇ ਦੇ, ਜੀ। ਕਾਫਲਾ ਲੱਖਾਂ ਦੀ ਤਾਦਾਦ ਬਣ ਗਿਆ ਨਾ, ਵੱਡਾ ਕਾਫਲਾ ਹੋ ਗਿਆ। ਵੱਡਾ ਹਾਂਜੀ। ਕਾਫਲਾ ਹੋ ਗਿਆ। ਤੇ ਉਹ ਜੀ ਫਿਰ ਇੱਕ ਤੋਪ ਪਿੱਛੇ ਲਾਤੀ। ਉਹਨੇ ਕਿਹਾ ਜੋ ਮਕਾਨਾਂ 'ਚੋਂ ਬਾਹਰ ਨਿਕਲੇਗਾ ਜਾਂ ਸੜਕ 'ਚ ਨਿਕਲੇਗਾ ਨਾ ਹਾਂਜੀ। ਸਿੱਖ, ਤੇ ਅਸੀਂ ਭੁੰਨ ਦੇਣੇ ਆ, ਠੀਕ ਹੈ। ਸਾੜ ਦੇਣੇ ਆ। ਅੱਛਾ। ਉਹ ਜੀ ਫਿਰ ਆਪਣੇ ਅੰਦਰ ਹੀ ਵੜ ਗਏ। ਅਸੀਂ ਵਹਿੰਦੇ ਰਹੇ ਬਾਰੀਆਂ 'ਚ, ਉਹ ਵਹਿੰਦੇ ਰਹੇ ਸਾਨੂੰ ਵੀ ਅੱਛਾ। ਮਕਾਨਾਂ 'ਚੋਂ। 3-3 4-4 ਮੰਜ਼ਿਲੇ ਮਕਾਨ, ਅੰਮ੍ਰਿਤਸਰ ਜ਼ਿਲ੍ਹਾ ਬੜਾ ਵੱਡਾ ਜ਼ਿਲ੍ਹਾ ਆ। ਅੱਛਾ ਜੀ। ਉੱਥੋਂ ਜੀ ਫਿਰ ਸਾਡਾ ਕਾਫਲਾ ਉਹਨਾਂ ਨੇ ਬਾਘੇ ਬਾਰਡਰ ਪਹੁੰਚਾਇਆ। ਅੱਛਾ ਜੀ। ਹਾਂਜੀ, ਉੱਥੋਂ ਫਿਰ ਅਸੀਂ ਕੋਈ ਕਿਸੇ ਪਾਸੇ ਨੂੰ ਚਲੇ ਗਿਆ, ਕੋਈ ਕਿਸੇ ਜ਼ਿਲ੍ਹੇ ਨੂੰ ਚਲੇ ਗਿਆ, ਕੋਈ ਕਿਸੇ ਜ਼ਿਲ੍ਹੇ ਨੂੰ ਚਲੇ ਗਿਆ। ਆਪੋ ਆਪ ਸਾਰੇ ਨਾ ਲਾਹੌਰ ਕਿਆਮ ਕਰਕੇ ਤੇ ਆਪੋ ਆਪ ਸਾਰੇ ਚਲੇ ਗਏ ਜਿੱਥੇ ਜਿੱਥੇ ਕਿਸੇ ਦੀਆਂ ਅੱਗੇ ਵੀ ਕੋਈ ਬਰਾਦਰੀਆਂ ਸੀ ਉੱਥੇ ਨੂੰ ਚਲੇ ਗਏ। ਅੱਛਾ ਜੀ। ਤੇ ਉਹ ਤਰੀਖ ਨੇ ਦੱਸਿਆ ਜੀ ਕਿ 50,000 ਕੁੜੀਆਂ ਨੇ ਜੀਂਦੀਆਂ ਨੇ ਖੂਹਾਂ ਦੇ ਵਿੱਚ ਛਾਲਾਂ ਮਾਰੀਆਂ ਜੀ ਜਦੋਂ ਸਿੱਖ ਜਦੋਂ ਮਾਰਦੇ ਸੀ। ਜਦੋਂ ਸਿੱਖਾਂ ਨੇ ਹਾਂ, ਹਮਲੇ ਕੀਤੇ ਤਾਂ ਜੀ ਇੱਜ਼ਤਾਂ ਹਾਂ, ਉਹਨਾਂ ਨੇ ਖੂਹਾਂ 'ਚ ਛਾਲਾਂ ਮਾਰੀਆਂ, ਕੁਝ ਉਹ ਫੜ ਕੇ ਵੀ ਲੈ ਗਏ ਸਿੱਖ। ਹਾਂਜੀ। ਤੇ ਸਭ ਉਹ ਕੁਛ ਹੀ ਹੋਇਆ। ਸਭ ਕੁਛ ਹੀ ਹੋਇਆ ਜੀ। ਅੱਛਾ, ਤੁਹਾਡਾ ਜਿਹੜਾ ਪਿੰਡ ਸੀਗਾ, ਤੁਹਾਡਾ ਜਿਹੜਾ ਕਾਫਲਾ, ਉਦੋਂ ਹਮਲਾ ਤਾਂ ਉਹਨਾਂ ਨੇ ਕੀਤਾ, ਤੁਹਾਡਾ ਭਾਈ ਸ਼ਹੀਦ ਹੋਇਆ, 5 ਹੋਰ ਬੰਦੇ ਸ਼ਹੀਦ ਹੋਏ। ਹਾਂਜੀ ਉਹਦੇ ਹਾਂਜੀ। ਤੋਂ ਬਾਅਦ ਤਾਂ ਨਹੀਂ ਤੁਹਾਡੇ ਕਾਫਲੇ ਤੇ ਹਮਲਾ ਹੋਇਆ? ਨਹੀਂ ਜੀ, ਫਿਰ ਅਸੀਂ ਉੱਥੋਂ ਵੀ ਚਲੇ ਗਏ ਨਾ ਗਾਂ ਫਿਰ ਤੁਸੀਂ ਚੱਲ ਗਏ ਚੱਕ ਸਾਧੂ। ਸ਼ੱਕ ਸਾਧੂ ਦੇ। ਅੱਛਾ ਜੀ। ਉਹ- ਇਹ ਮਤਲਬ ਰਾਹ ਦੇ ਵਿੱਚ ਪੋਰਮਨ ਹੀ ਆ ਗਏ। ਪੂਰਮਨ ਆ ਗਏ ਲਾਹੌਰ ਜੀ। ਕਿੰਨੇ ਦਿਨ ਕੋਈ ਰਹੇ? ਬਿਮਾਰ ਹੋ ਕੇ ਕੋਈ ਫੌਜ ਹੋਇਆ ਰਾਜ ਬਿਮਾਰੀਆਂ ਤਾਂ ਆਈ ਜੀ, ਉਦੋਂ ਬਹੁਤ ਬਿਮਾਰੀ ਆਈ, ਮੀਂਹ ਪਏ, ਹਾਂ, ਬਾਰਿਸ਼ਾਂ ਪੈਦੇ ਵੀ ਹੋਏ, ਹਾਂ। ਬੁਖਾਰ ਚੜੇ, ਦੁਨੀਆ ਮਰੀ, ਹਾਂਜੀ ਹਾਂਜੀ। ਦੱਬਣ ਲਈ ਜਗ੍ਹਾ ਹੈ ਨਹੀਂ ਸੀ, ਕਾਫਲਿਆਂ ਦੇ ਕਬਰ ਲਈ ਕਈ ਹੈ ਨਹੀਂ ਸੀ, ਹਾਂਜੀ ਹਾਂਜੀ ਕਫਨ ਦੇਣ ਲਈ ਕੱਪੜੇ ਹੈ ਨਹੀਂ ਸੀ। ਹਾਂਜੀ ਹਾਂਜੀ ਇਹ ਤਾਂ ਸੁਣੀਆਂ ਜੀ। ਹਾਂਜੀ। ਉਸ ਤੋਂ ਬਾਅਦ ਜਨਾਬ ਅਸੀਂ ਲਾਹੌਰ ਰਹੇ ਹਾਂ 2 ਦਿਨ। 2 ਦਿਨ ਕਿਹੜੀ ਜਗ੍ਹਾ ਲਾਹੌਰ ਨੂੰ ਪਤਾ? ਲਾਹੌਰ ਜੀ ਪਤਾ ਨਹੀਂ ਹੁੱਸਾਂ ਬਾਰਡਰ ਦੇ ਰਹੇ ਆ, ਸਟੇਸ਼ਨ ਤੇ ਰਹੇ ਆ, ਬਾਗੇ ਉੱਥੇ ਕੇ ਰਹੇ ਹਾਂ। ਨਹੀਂ, ਬਾਗਿਓਂ ਤਾਂ ਜੀ ਫਿਰ ਗਾਂ ਚਲੇ ਗਏ ਨਾ ਅਸੀਂ ਹਾਂਜੀ। 30 ਮੀਲ। ਤੇ ਉੱਥੇ ਇੱਕ ਬੁੱਢਾ ਫੌਜ ਦੇ ਵਿੱਚੋਂ, ਤੇ ਉੱਥੇ ਬਾਗੇ ਬਾਰਡਰ ਤੇ ਨਾ ਉਹਦੇ ਪੁੱਤ ਸੀਗੇ 4। ਹਾਂਜੀ। ਤੇ ਉੱਥੇ ਥੋੜ੍ਹੇ ਥੋੜ੍ਹੇ ਛੋਲੇ ਦੇਣ ਜਾਂ ਗੁੜ ਦੀਆਂ 2-2 ਡਲੀਆਂ ਹਰ ਉਜਾੜੇ ਵਾਲੇ ਨੂੰ ਦਿੰਦੇ ਸੀ, ਹਾਏ ਹਾਏ। ਮਾਜਰ ਨੂੰ। ਉਹ ਸਕਾਫਤ ਕਰਦੇ ਸੀ। ਜੀ। ਤੇ ਉਹ ਫੌਜੀ ਬੁੜਾ ਜਿਹੜਾ ਸੀ ਨਾ, ਉਹਦੇ ਸੀ 4 ਪੁੱਤ। ਹਾਂਜੀ। ਉਹ ਵੀ ਫਿਰ ਗਾਹਾਂ ਫੌਜ 'ਚ ਹੀ ਰਹੇ ਮੁੰਡੇ, ਹਾਂਜੀ। ਫਿਰ ਰਿਟਾਇਰ ਹੋ ਕੇ ਆਏ ਆ। ਹਾਂਜੀ। ਤੇ ਉਸ ਨੇ ਉਹਨੂੰ ਆਖਿਆ ਡੀਪੂ ਵਾਲੇ ਨੂੰ, ਜੀ। ਤੇ ਪਹਿਲੇ ਉਸ ਤੋਂ ਬੁੱਢੇ ਤੋਂ 3 ਬੰਦੇ, ਤੇ ਉਹਨਾਂ ਨੂੰ ਪੁੱਛਿਆ ਡੀਪੂ ਵਾਲਿਆਂ ਨੇ, 3 ਬੰਦਿਆਂ ਨੂੰ ਜੀ। ਬਾਰੋ ਬਾਰੀ, ਜੀ। ਤੇ ਤੇਰੇ ਕਿੰਨੇ ਜੀ ਆ? ਜੀ। ਉਸ ਆਖਿਆ ਮੇਰੇ 8। ਦੂਸਰੇ ਨੂੰ ਪੁੱਛਿਆ, ਉਹਨੂੰ 8 ਵਾਲੇ ਨੂੰ ਦੇ ਦਿੱਤਾ। ਜੀ। ਦੂਸਰੇ ਨੂੰ ਪੁੱਛਿਆ, ਉਹਨੇ ਕਿਹਾ ਮੇਰੇ ਵੀ 8, ਹਾਂਜੀ। ਉਹਨੂੰ ਵੀ ਦੇ ਦਿੱਤਾ। ਜਿਸ ਵੇਲੇ ਤੀਸਰੇ ਨੂੰ ਪੁੱਛਿਆ ਤੇ ਉਹਨਾਂ ਵੀ ਕਿਹਾ ਮੇਰੇ 8, ਹਾਂਜੀ। ਉਹਨੂੰ 8 ਦਾ ਦੇ ਦਿੱਤਾ ਰਾਸ਼ਨ। ਤੇ ਬੁੜੇ ਨੇ ਆਖਿਆ, ਫੌਜੀ ਨੇ ਮੇਰੀ ਬਾਰੀ ਜਿਸ ਵੇਲੇ ਆਈ ਤੇ ਮੈਂ ਵੀ ਆਖਿਆ 8, ਤੇ ਉਹਨਾਂ ਮੇਰੇ ਵੱਟ ਕੇ ਚਪੇੜਾਂ 2 ਮਾਰੀਆਂ ਮੂੰਹ 'ਤੇ। ਹਾਂਜੀ। ਸਾਰੇ ਆਖੇ 8 ਵਾਲੇ ਆਉਂਦੇ ਆ, ਜੀ। ਜ਼ਿਆਦਾ ਡੀਪੂ ਲੈਂਦੇ। ਉਹ ਇੰਨੇ ਛੋਲੇ ਦਿੰਦੇ ਸੀ ਕਿ 2-2 ਡਲੀਆਂ ਗੁੜ ਦੀਆਂ ਦਿੰਦੇ ਸੀ। ਅੱਛਾ ਜੀ। ਹਾਂਜੀ, ਇਹ ਬਾਗੇ ਬਾਟੇ ਦਾ ਵਾਕਿਆ ਹੈ। ਹਾਂਜੀ। ਉੱਥੋਂ ਜੀ ਫਿਰ ਅਸੀਂ ਲਾਹੌਰੋਂ ਨਾ ਆ ਗਏ, ਅਸੀਂ ਸਮੁੰਦਰੀ ਫੈਸਲਾਬਾਦ ਦਾ ਟਰੱਕ ਕਰਾ ਲਿਆ ਕਿਰਾਏ 'ਤੇ। ਅੱਛਾ ਜੀ। ਅਸੀਂ ਆ ਗਏ ਜੀ 17 ਆ ਸਮੁੰਦਰੀ ਦੇ ਲਾਗੇ, ਅੱਛਾ। 17 13 ਨੰਗਲੀ ਵਗੈਰਾ ਪਿੰਡਾਂ ਦੇ ਨਾਂ। ਉੱਥੇ ਅਸੀਂ ਆ ਕੇ ਰਹੇ। ਉੱਥੋਂ ਫਿਰ ਗਾਂ ਗਾਂ ਜਿੱਥੇ ਜਿੱਥੇ ਸਾਡੀ ਰੋਜੀ ਹੈਗੀ ਸੀ, ਰਿਸ਼ਤੇਦਾਰ ਇਕੱਠੇ ਹੁੰਦੇ ਗਏ, ਜੀ। ਤੇ ਆਪੋ ਆਪ ਅਸੀਂ ਬਹਿੰਦੇ ਰਹੇ। ਅੱਛਾ ਜੀ। ਤੇ 6000 ਬੰਦਾ ਸ਼ਹੀਦ ਹੋਇਆ। ਕਿਆਮਤ ਵਾਲੇ ਦਿਨ ਜਦੋਂ ਹਿਸਾਬ ਕਿਤਾਬ ਹੋਵੇਗਾ, ਉਹ ਬਿਆਸਾ ਦਰਿਆ ਰਾਤ ਦੇ 12 ਵਜੇ ਖੂਨ ਦਾ ਵਗਿਆ। ਉਹ 6000 ਬੰਦਾ ਅਗਾਹੀ ਦੇਵੇਗਾ ਸਾਡੇ ਉੱਤੇ ਵੀ ਅਸੀਂ ਪਾਕਿਸਤਾਨ ਬਣਾਇਆ ਸੀ, ਤੇ ਪਾਕਿਸਤਾਨ ਦਾ ਮਤਲਬ ਹੈਗਾ ਲਾ ਇਲਾਹਾ ਇਲੱਲਾਹੁ ਮੁਹੰਮਦ ਰਸੂਲੁੱਲਾਹ। ਤੇ ਅੱਜ ਅਸੀਂ ਪਾਕਿਸਤਾਨ ਦਾ ਕੀ ਕਦਰ ਕੀਤਾ, ਹਾਂ। ਕੀ ਕਾਇਦੇ ਆਜ਼ਮ ਦਾ ਕਦਰ ਕੀਤਾ, ਕਿਆ ਆਜ਼ਾਦ ਹੋਣ ਦਾ ਅਸੀਂ ਕਦਰ ਕੀਤਾ। ਅਸੀਂ ਅੱਜ ਰਿਸ਼ਵਤਾਂ ਵੀ ਲੈਂਦੇ, ਚੋਰੀਆਂ ਵੀ ਕਰਦੇ ਹਾਂ, ਦਹਿਸ਼ਤਗਰਦੀ ਵੀ ਕਰਦੇ ਹਾਂ, ਸਾਰੇ ਕੰਮ ਕਰਦੇ ਹਾਂ। ਅਸੀਂ ਕੀ ਪਾਕਿਸਤਾਨ ਬਣਾਉਣ ਦਾ ਜਾਨਾਂ ਸ਼ਹੀਦ ਕਰਕੇ 6 ਲੱਖ ਬੰਦਾ ਸ਼ਹੀਦ ਤਾਰੀਖ ਨੇ ਦੱਸਿਆ ਹੋਇਆ। 50,000 ਔਰਤ ਜਿਹੜੀ ਕੋਈ ਫੜੀ ਗਈ ਤੇ ਕੋਈ ਖੂਹਾਂ 'ਚ ਛਾਲਾਂ ਮਾਰ ਦਿੱਤੀਆਂ। ਹਾਂਜੀ, ਇੱਜ਼ਤ ਲੁਕਾਉਣ ਦੀਆਂ ਬਾਟੀਆਂ। ਇਹ ਇੰਨਾ ਕੁਝ ਕਾਹਦੇ ਲਈ ਹੋਇਆ ਜੀ? ਇਹ ਜੀ
ਹਿੰਦੁਸਤਾਨ ਤੋਂ ਰਿਆਸਤ ਆਜ਼ਾਦ ਹੋਈ ਸੀ ਪਾਕਿਸਤਾਨ ਸੰਨ 47 ਚ ਆਜ਼ਾਦੀ ਦੇਣ ਵਾਸਤੇ 6 ਲੱਖ ਕੁਰਬਾਨੀ ਦਿੱਤੀ ਕੁਰਬਾਨੀ ਪਾਣੀ ਚ ਖੂਨ ਰਲਿਆ। ਹਾਂ 50,000 ਨੌਜਵਾਨ ਕੁੜੀਆਂ ਦੀਆਂ ਕੁਰਬਾਨੀਆਂ ਹੋਈਆਂ। ਹਾਂਜੀ ਹਾਂ ਫਿਰ ਇਹ ਮੁਲਕ ਲੱਭਾ ਤੁਸੀਂ ਕਹਿ ਰਹੇ ਹੋ। ਹਾਂਜੀ ਹਾਂਜੀ ਇਹ ਮੁਲਕ ਅਲੱਗਾ ਕਾਹਦੇ ਲਈ ਕੀਤਾ? ਤੁਸੀਂ ਰਹਿੰਦੇ ਉਹਨਾਂ ਦੇ ਵਿੱਚ? ਨਹੀਂ ਜੀ ਲਹਿਦਾ ਫਿਰ ਉਹ ਤਾਂ ਕਾਇਦੇ ਆਜ਼ਮ ਨੇ ਤੇ ਨਾਰੂ ਲਾਲ ਨੇ ਇਹਨਾਂ ਨੇ ਆਜ਼ਾਦ ਕੀਤੀਆਂ ਨੇ ਆਪੋ ਆਪ ਰਿਆਸਤਾਂ ਵੰਡ ਪਾਤੀ ਤੇ ਇਸ ਵਾਸਤੇ ਉਹਨਾਂ ਬੜੀ ਜਿੱਦੋ ਜਹਿਦ ਕੀਤੀ ਕਈ ਸਾਲ ਲੱਗੇ ਹਾਂਜੀ ਤੇ ਇਸ ਅੱਛਾ ਉਹ ਚੱਕ ਸਾਧੂ ਦੀ ਤੁਸੀਂ ਗੱਲ ਕਰਦੇ ਸੀ ਕਿ ਉਹ ਜੈਲਦਾਰ ਕਿੱਥੇ ਜਾ ਕੇ ਬਸੇ ਆ? ਉਹ ਤਾਂ ਜੀ ਅਮੀਰ ਆਦਮੀ ਸੀ ਉਹਨਾਂ ਤੇ ਟਰੱਕ ਕਰਾਏ ਤੇ ਗਏ ਇੱਧਰ ਉਹਨਾਂ ਦੇ ਕੋਈ ਅੱਗੇ ਵੀ ਮੁਰੱਬੇ ਹੈ ਸੀ ਤੇ ਉਹ ਆ ਗਏ ਪਹਿਲੇ ਹੀ ਆ ਗਏ। ਇਹ ਨਹੀਂ ਪਤਾ ਕਿੱਥੇ ਆਏ, ਇਹ ਨਹੀਂ ਪਤਾ ਕਿਹੜੇ ਅੱਛਾ ਤੁਹਾਨੂੰ ਤੁਸੀਂ ਕਹਿੰਦੇ ਸਿੱਖ ਰਹਿੰਦੇ ਸੀਗੇ ਜਾਂ ਹਿੰਦੂ ਸੈਣੀ ਵਗੈਰਾ, ਕਿਸੇ ਦਾ ਨਾਂ ਯਾਦ ਆ? ਹਾਂ ਹੈ ਵੀ ਜੀ ਯਾਦ ਕੋਈ 2-3-4 ਚਲੋ ਜਿਹੜੇ 2-4 ਹੈਗੇ ਆ ਬੋਲ ਦਿਓ। ਹਾਂਜੀ ਇੱਕ ਦਾ ਨਾਂ ਸੀ ਜੀ ਸਵਰਨ ਸਿੰਘ ਹਾਂ ਇਹਨਾਂ ਦੇ ਨਾਂ ਜੱਟਾਂ ਦੇ ਨਾਂ ਜੀ। ਇੱਕ ਦਾ ਨਾਂ ਸੀਗਾ ਹੌਲਦਾਰ ਕਰਨਲ ਸਾਹਿਬ ਸਿੱਖ ਹੈ ਜੀ। ਇੱਕ ਦਾ ਨਾਂ ਸੀਗਾ ਜੀਣਾ ਸਿੰਘ। ਇਸ ਤਰ੍ਹਾਂ ਮੁਖਤਲਿਫ ਹੁਣ ਦੇਰ ਹੋ ਗਈ ਆ ਨਹੀਂ ਯਾਦ ਰਹਿ ਭੁੱਲ ਜਾਂਦਾ ਬੰਦਾ। ਅੱਛਾ ਜੀ ਇੱਕ ਸਜਦਾਂ ਦੀ ਲੜਕੀ ਸਿੱਖਾਂ ਨੇ ਪਕੜ ਲਈ ਉਸ ਵਕਤ ਦੇ ਵਿੱਚ, ਸਜਦਾਂ ਦੀ ਲੜਕੀ ਨੌਜਵਾਨ ਪੜ੍ਹੀ ਲਿਖੀ ਬੜੀ ਕੁਰਾਨੇ ਦੀ ਸਹੀ ਉਹ ਪਿੰਡ ਦਾ ਨਹੀਂ ਜੀ ਮੈਨੂੰ ਹੁਣ ਯਾਦ ਰਹਿ ਗਿਆ। ਅਤੇ ਉਹ ਸਿੱਖ ਫੜ ਕੇ ਲੈ ਗਏ, ਸਿੱਖ ਫੜ ਕੇ ਲੈ ਗਏ ਅਤੇ ਉਹ ਆਪਣੇ ਉਹਨਾਂ ਦਾ ਜਿਸ ਤਰ੍ਹਾਂ ਸਾਡੀਆਂ ਮਸਜਿਦਾਂ ਉਹਨਾਂ ਦੀਆਂ ਧਰਮਸ਼ਾਲਾ ਆ ਡੇਰੇ ਉਹਨਾਂ ਦੇ ਵੀ ਬਣਾਏ ਹਾਂ ਜਿੱਥੇ ਉਹ ਆਪਣਾ ਜ਼ਿਕਰ ਕਰਦੇ ਆ। ਉੱਥੋਂ ਲੜਕੀ ਨੇ ਪੂਰੇ ਮੁਲਕ ਪਾਕਿਸਤਾਨ ਨੂੰ ਤੀਰ ਮਾਰਿਆ। ਉਹ ਲੜਕੀ ਰੇਡੀਓ 'ਤੇ ਬੋਲੀ ਆ, ਉਸ ਆਖਿਆ ਜਿਨ੍ਹਾਂ ਹੱਥਾਂ ਦੇ ਨਾਲ ਕੁਰਾਨ ਫੋਲਾਂ ਉਹਨਾਂ ਹੱਥਾਂ ਦੇ ਨਾਲ ਖਜੀਰ ਉਠਾਨੀਆਂ ਵੇ। ਹਾਂ ਜਿਨ੍ਹਾਂ ਹੱਥਾਂ ਦੇ ਨਾਲ ਕੁਰਾਨ ਫੋਲਾਂ ਉਹਨਾਂ ਹੱਥਾਂ ਦੇ ਨਾਲ ਖਜੀਰ ਉਠਾਨੀਆਂ ਵੇ। ਕਦੋਂ ਕਦੀ ਅੱਲਾ ਮਿਹਰਬਾਨੀ ਜਦੋਂ ਹਾਂ ਜਿਨ੍ਹਾਂ ਹੱਥਾਂ ਦੇ ਨਾਲ ਹਾਂ ਪੂਰੇ ਪਾਕਿਸਤਾਨ ਨੂੰ ਤੀਰ ਮਾਰਿਆ ਜੀ। ਸਾਨੂੰ ਤਾਂ ਉਸ ਗੱਲ ਦੀ ਐਡੀ ਸ਼ਰਮ ਆਉਂਦੀ ਆ ਵੀ ਅਸੀਂ ਜੀਂਦੇ ਹੀ ਮਰ ਜਾਈਏ। ਹਾਂਜੀ ਹਾਂਜੀ ਉਹਨਾਂ ਬੈਲ ਕੀਤੇ ਨੇ ਸਿੱਖ ਪਕੜ ਕੇ ਲੈ ਗਏ ਮੈਨੂੰ ਧਰਮਸ਼ਾਲਾ। ਜਿਨ੍ਹਾਂ ਹੱਥਾਂ ਦੇ ਨਾਲ ਕੁਰਾਨ ਫੋਲਦੀ ਸਾਂ ਉਹਨਾਂ ਨਾਲ ਮੈਂ ਖਜੀਰ ਉਠਾਉਣੀ ਆ। ਕਦੋਂ ਕਰ ਸੀ ਖੁਦਾ ਮਿਹਰਬਾਨੀਆਂ ਜਦੋਂ ਸੀ ਹਸੈਨ ਬੀਬੀ ਆਦਮੀਆਂ ਇਸ ਤਰ੍ਹਾਂ ਉਹਨਾਂ ਬਿਆਨ ਕੀਤੇ ਆਪਣੇ ਜਿਗਰ ਦੇ ਜ਼ੋਰ ਦੇ ਹੈ ਜੀ। ਸੋ ਬਾਤ ਹੈਗੀ ਹੈ ਜੀ ਕਿ ਅੱਜ ਮੁਸਲਮਾਨ ਉਹ ਦਿਨ ਭੁੱਲ ਗਏ, ਅੱਜ ਭੁੱਲ ਗਏ ਆ ਪਾਕਿਸਤਾਨ ਦੀ ਕੀ ਕਦਰ ਕੀਤੀ। ਹਾਂਜੀ ਪਾਕਿਸਤਾਨ ਦਾ ਮਤਲਬ ਆ ਲਾ ਇਲਾਹਾ ਇਲੱਲਾਹ ਮੁਹੰਮਦ ਰਸੂਲੁੱਲਾਹ। ਹਾਂਜੀ ਮਸੀਤ ਹੈਗੀ ਸੀ। ਹਾਂਜੀ ਹਾਂ ਗੁਰਦੁਆਰੇ ਤਾਂ ਬਹੁਤ ਹੀ ਸੀ। ਹਾਂਜੀ ਤਕਰੀਬਨ 6-7 ਹੈਗੇ। ਹਾਂਜੀ ਅਤੇ ਮਸੀਤ ਇੱਕੋ ਹੀ ਸੀ। ਮੁਸਲਮਾਨ ਥੋੜ੍ਹੇ ਸੀ ਨਾ ਘਰ। ਮੁਸਲਮਾਨਾਂ ਦੇ ਤਕਰੀਬਨ ਜੀ 5ਵਾਂ-6ਵਾਂ ਹਿੱਸਾ ਹੋਊਗਾ, 6ਵਾਂ-7ਵਾਂ ਹਿੱਸਾ ਹੋਊਗਾ। 6ਵਾਂ-7ਵਾਂ ਹਿੱਸਾ ਪਿੰਡ ਦਾ ਜਿਹੜਾ ਮੁਸਲਮਾਨ ਸੀਗੇ, ਬਾਕੀ ਸਿੱਖ ਸੀਗੇ, ਖੱਤਰੀ ਬਾਹਮਣ ਸੈਣੀ ਸੈਣੀ ਤੁਹਾਡੇ ਤੁਸੀਂ ਨਾਲ ਰਹਿੰਦਿਆਂ ਨੂੰ ਫਿਰ ਉਸ ਵੇਲੇ ਮਾਰ ਕੇ ਉਜਾੜ ਦਿੱਤਾ। ਹਾਂਜੀ ਹਾਂਜੀ ਅਤੇ ਤੁਹਾਡੇ ਨਾਲ ਕੋਈ ਸਿੱਖਾਂ ਦੇ ਨਿਆਣੇ ਖੇਲਦੇ ਵੀ ਰਹੇ? ਖੇਲਦੇ ਰਹੇ, ਜ਼ਿਮੀਂਦਾਰਾਂ ਇਕੱਠੇ ਸਿੱਖ ਕਰਦੇ ਰਹੇ ਆ, ਇੱਕ ਦੂਜੇ ਤੋਂ ਕੰਮ ਵੀ ਲੈਂਦੇ ਦਿੰਦੇ ਰਹੇ। ਹਾਂਜੀ ਬੇਲੀ ਕੋਈ ਨਹੀਂ ਸੀ ਜੀ। ਮੇਰਾ ਭਰਾ ਨਾ ਜਦੋਂ ਅਸੀਂ ਚਲੇ ਗਏ ਨਾ ਠਰੋਲੀ ਨੂੰ ਉੱਜੜ ਕੇ ਉਹ ਰਹਿ ਪਿਆ ਇੱਕ ਹੌਲਦਾਰ ਸੀਗਾ ਅਤੇ ਉਹਦੇ ਔਲਾਦ ਕੋਈ ਨਹੀਂ ਸੀ। ਉਹਦੇ ਘਰ ਰਿਹਾ ਜੀ ਉਹ 4 ਦਿਨ। ਉਸ ਆਖਿਆ ਤੈਨੂੰ ਪੁੱਤ ਬਣਾਇਆ, ਬੁੱਢਾ ਬੰਦਾ ਸੀ ਅਤੇ ਜ਼ਮੀਨ ਬੜੀ ਸੀ ਉਹਦੀ, ਅਮੀਰ ਆਦਮੀ ਸੀ ਅਤੇ ਤੈਨੂੰ ਮੈਂ ਜਾਣ ਨਹੀਂ ਦੇਣਾ। ਜਿਸ ਵੇਲੇ ਸਿੱਖ ਆਮ ਪਿੰਡਾਂ ਨੂੰ ਮਾਰਨ ਕੁੱਟਣ ਲੱਗ ਪਏ, ਹਮਲੇ ਹੋਣ ਲੱਗ ਪਏ ਅਤੇ ਫਿਰ ਉਹ ਉਸ ਆਖਿਆ ਭਈ ਮੈਂ ਤੈਨੂੰ ਲੁਕੋ ਕੇ ਵੀ ਰੱਖਣਾ, ਤੈਨੂੰ ਮੈਂ ਜਾਣ ਨਹੀਂ ਦੇਣਾ। ਅਤੇ ਮੇਰੇ ਭਰਾ ਨੇ ਆਖਿਆ ਕਿਹੜੇ ਵੇਲੇ ਉਹ ਇੱਥੇ ਆ ਜਾਣ ਤਾਂ ਮੈਨੂੰ ਤਾਂ ਸ਼ਹੀਦ ਕਰ ਦੇਣਾ ਉਹਨੇ। ਉਹ ਜੀ ਫਿਰ ਰਾਤ ਦੇ 12 ਵਜੇ ਨਿਕਲ ਕੇ ਅਤੇ ਫਿਰ ਉਹ ਸਾਡੇ ਕੋਲ ਪਿੰਡ ਠਰਾਲੀ ਪਹੁੰਚਿਆ। ਰਾਤ ਨੱਸ ਆਇਆ ਫਿਰ। ਹਾਂਜੀ ਹੌਲਦਾਰ ਉਹਦਾ ਨਾਂ ਹੌਲਦਾਰ ਜ਼ਿਆਦਾ ਕਹਿੰਦੇ ਸੀ ਉਹਨੂੰ
ਨਾਂ ਉਹਦਾ ਕਰਮਚੰਦ ਸੀ, ਕਰਮਚੰਦ। ਹੌਲਦਾਰ ਕਰਮਚੰਦ। ਹਾਂਜੀ ਹਾਂਜੀ ਚਲੋ ਜੀ, ਮਾਲਕ ਉਹਦਾ ਵੀ ਭਲਾ ਕਰੇ। ਹਾਂਜੀ ਚੰਗੇ ਬੰਦੇ ਵੀ ਸੀ, ਹਾਂ ਹਾਂਜੀ ਹਾਂਜੀ ਸਿੱਖਾਂ ਦੇ ਵਿੱਚ ਹਾਂਜੀ ਹਾਂਜੀ ਚੰਗੇ ਬੰਦੇ ਵੀ ਸੀਗੇ। ਹਾਂਜੀ ਇਹ ਜੀ ਵਾਕਿਆ। ਫਿਰ ਅੱਗੋਂ ਰੁਲਦਿਆਂ ਮੁਲਦਿਆਂ ਸਾਨੂੰ ਵੀ ਅੱਲਾ ਨੇ ਕਰਮ ਕੀਤਾ ਤੇ ਗਾਂ ਫਿਰ ਰੋਜੀ ਦਾ ਬਹਾਨਾ ਬਣ ਗਿਆ। ਕੋਈ ਪਿੱਛੋਂ ਜ਼ਮੀਨਾਂ ਆ ਗਈਆਂ, ਜਿਹੜੇ 2-2 4-4 ਕਿੱਲੇ, ਕਿਸੇ ਦੇ 10-15, ਕਿਸੇ ਦਾ ਮੁਰੱਬਾ। ਅੱਲਾ ਦਾ ਫਜ਼ਲ ਆ ਜੀ, ਅੱਲਾ ਦੀ ਰਹਿਮਤ ਆ। ਉੱਥੇ ਵੀ ਜ਼ਿਮੀਂਦਾਰਾਂ ਕਰਦੇ ਸੀ, ਇੱਥੇ ਵੀ ਜ਼ਿਮੀਂਦਾਰਾਂ ਕਰਦੇ। ਹਾਂਜੀ ਇੱਥੇ ਵੀ ਜ਼ਿਮੀਂਦਾਰ ਹੁਣ ਆ ਜਿਹੜੇ ਮੁੰਡੇ ਬੈਠੇ ਆ, ਹਾਂਜੀ, ਜਿਹੜੇ ਜਦੋਂ 14 ਅਗਸਤ ਆਉਂਦੀ, 23 ਮਾਰਚ ਮੋਟਰਸਾਈਕਲਾਂ ਦੇ ਸਲੈਂਸਰ ਕੱਢ ਲੈਂਦੇ, ਇਹਨਾਂ ਨੂੰ ਦੱਸੋ ਕਿ ਇਹਨਾਂ ਨੂੰ ਕੀ ਕਰਨਾ ਚਾਹੀਦਾ? ਇਹਨਾਂ ਨੂੰ ਪਤਾ ਨਹੀਂ ਨਾ ਉਸ ਵਾਕਿਆ ਦਾ। ਹਾਂਜੀ। ਤੇ ਇਹਨਾਂ ਨੂੰ ਇਸ ਗੱਲ ਸਮਝਦੀ ਨਹੀਂ। ਇਹ ਅੱਜ ਕੱਲ੍ਹ ਅੰਗਰੇਜ਼ੀ ਪੜ੍ਹੇ ਹੋਏ ਆ, ਹਾਂਜੀ, ਅੰਗਰੇਜ਼ਾਂ ਦੇ ਮਰੀਜ਼ ਬਣੇ ਹੋਏ ਆ। ਹਾਂਜੀ। ਤੇ ਅੰਗਰੇਜ਼ੀ ਦੁਆਵਾਂ ਖਾ ਖਾ ਕੇ ਤੇ ਅੰਗਰੇਜ਼ੀ ਪੜ੍ਹ ਕੇ ਤੇ ਇਹਨਾਂ ਦੇ ਦਿਮਾਗ ਜਰਾ ਨਾ ਹਾਂ ਦੀਨ ਇਸਲਾਮ ਵਾਲਾ ਨਹੀਂ ਰਜੂ ਕਰਦੇ ਹੈ ਜੀ। ਇਸ ਵਾਸਤੇ ਨਾ ਦੀਨ ਇਸਲਾਮ ਦੀ ਕਮਜ਼ੋਰੀ ਆ। ਤੇ ਭਾਵੇਂ 16 ਪੜ੍ਹ ਜਾਵੇ ਨਾ, ਤੇ ਉਹ ਸ਼ਾਇਰ ਨੇ ਲਿਖਿਆ, ਅੱਗ ਖਾਵੇ ਫਿਰ ਸਾਬਤ ਕੱਢੇ ਤੇ ਪਾਣੀ ਉੱਤੇ ਚੱਲੇ, 100 ਮਾਰ ਉਡਾਰੀ ਤੇ ਬਾਲੇ ਸਮਾਨਾ ਉੱਡੇ, ਤਰਕ ਨਮਾਜ਼ ਰੋਜ਼ੇ ਦਾ ਹੋਵੇ ਤਾਂ ਖਾਕ ਨਹੀਂ ਉਸਦੇ ਪੱਲੇ। ਹਾਂਜੀ ਹਾਂਜੀ। ਤੇ ਦੀਨ ਇਸਲਾਮ ਵਾਲਾ ਸਾਡਾ ਕੰਮ ਆ ਅੱਬਲ ਇੱਧਰ ਪਾਸੇ ਰਜੂ ਕਰਨੀ ਚਾਹੀਦੀ ਆ। ਤੇ ਮੁਸਲਮਾਨ ਦੀ ਸੀਤ ਹੋਣ ਨਾਲ 6 ਕਲਮੇ ਯਾਦ ਕਰੇ, ਇਹ ਪਹਿਲਾ ਰੁਕਨ ਆ। ਜਦੋਂ ਕਲਮਾ ਪੜ੍ਹ ਲਿਆ ਫਿਰ ਸਾਡੇ 'ਤੇ ਨਮਾਜ਼ ਫਰਜ਼ ਹੋ ਗਈ। ਜਦੋਂ ਨਮਾਜ਼ ਫਰਜ਼ ਹੋ ਗਈ ਫਿਰ ਸਾਡੇ 'ਤੇ ਜ਼ਕਾਤ ਫਰਜ਼ ਹੋ ਗਈ। ਜ਼ਕਾਤ ਫਰਜ਼ ਹੋ ਗਈ ਤੇ ਫਿਰ ਹੱਜ ਵੀ, ਤੇ ਸਾਰੇ ਰੁਕਨ ਹੈ ਜੀ, ਸਾਰੇ ਬਹੁਤ ਅਦਬ ਅਦਾਬ ਆ। ਅਤੇ ਇਸ ਵਾਸਤੇ ਅੱਜ ਕੱਲ੍ਹ ਦੀ ਅਸੀਂ ਔਲਾਦ ਨੂੰ ਇਹੋ ਹੀ ਰਾਤ ਨੇ ਕਹੀਦਾ ਕਿ ਤੁਸੀਂ 6 ਕਲਮੇ ਯਾਦ ਕਰੋ, ਮਾਨ ਦੀਆਂ ਸਿਫਤਾਂ ਯਾਦ ਕਰੋ, ਭੈਣ ਭਰਾ ਦੇ ਜਨਾਜ਼ੇ ਨਾਲ ਜਾਂਦੀ, ਉਹ ਜਨਾਜ਼ੇ ਦੀਆਂ ਵੱਡੀਆਂ ਛੋਟੀਆਂ ਉਹ ਯਾਦ ਕਰੋ ਹੈ ਜੀ, ਨਮਾਜ਼ਾਂ ਸਾਰੀਆਂ ਯਾਦ ਕਰੋ। ਇਹ ਇਸ ਜਹਾਨ ਵੀ ਫਾਇਦਾ ਅਤੇ ਅਗਲੇ ਜਹਾਨ ਵੀ ਫਾਇਦਾ, ਅਤੇ ਰੱਬ ਵੀ ਰਾਜੀ ਅਤੇ ਰੱਬ ਦਾ ਰਸੂਲ ਵੀ ਰਾਜੀ। ਇਸ ਵਾਸਤੇ ਗੌਰ ਕਰਨੀ ਚਾਹੀਦੀ ਜ਼ਿਆਦਾ। ਅਤੇ ਉਹ ਮੈਂ ਅੱਗੇ ਗੱਲ ਕੀਤੀ ਆ ਕਿ ਬਾਬਾ ਫਰੀਦ ਹਜ਼ਰਤ ਅਲੀ ਦੀ ਲੜੀ ਵਿੱਚੋਂ ਆ ਜੀ। ਬਾਬਾ ਫਰੀਦ ਪਾਕਪਟਨ ਸ਼ਰੀਫ ਵਾਲੇ। ਅਤੇ ਜਿਸ ਵੇਲੇ ਹਜ਼ਰਤ ਅਲੀ ਦੀ ਲੜੀ ਚੋਂ, ਅਤੇ ਜਿਸ ਵੇਲੇ ਪੀਰ ਨਿਜ਼ਾਮੁਦੀਨ ਔਲੀਆ ਨੂੰ ਖਿਲਾਫਤ ਦਿੱਤੀ ਨਾ ਬਾਬਾ ਫਰੀਦ ਨੇ, ਅਤੇ ਫਰਮਾਇਆ ਨਿਜ਼ਾਮੁਦੀਨ ਔਲੀਆ ਬਲੈਤ ਵਾਸਤੇ 3 ਚੀਜ਼ਾਂ ਜ਼ਰੂਰੀ ਚਾਹੀਦੀਆਂ, 3 ਚੀਜ਼ਾਂ। ਫਰਮਾਇਆ ਜੀ ਹਜ਼ੂਰ ਦੱਸੋ ਕਿਹੜੀਆਂ? ਫਰਮਾਇਆ ਪਹਿਲੇ ਤਾਂ ਸ਼ਰੀਅਤ ਤੇ ਕੁਰਾਨ ਸ਼ਰੀਫ, ਕਲਮਾ, ਨਮਾਜ਼, ਰੋਜ਼ਾ, ਇਹ ਸ਼ਰੀਅਤ ਦੇ ਰੁਕਨ, ਇਹ ਸਾਰੇ ਯਾਦ ਹੋਣੇ ਚਾਹੀਦੇ। ਸ਼ਰੀਅਤ ਇਸਲਾਮ ਨੂੰ ਯਾਦ, ਇਹ ਪਹਿਲੀ ਬਾਤ ਇਹ ਆ। ਦੂਸਰੀ, ਇਹਨੂੰ ਤਕਸੀਮ ਕਰਨ ਵਾਸਤੇ ਅਕਲ ਚਾਹੀਦੀ ਆ। ਤੀਸਰੀ ਬਾਤ ਇਹ ਚਾਹੀਦੀ ਵੀ ਇਸ਼ਕ ਵੀ ਚਾਹੀਦਾ। ਅਤੇ ਸਾਡੇ ਅੱਜ ਕੱਲ੍ਹ ਦੇ ਔਲਾਦ ਨੂੰ, ਨੌਜਵਾਨਾਂ ਨੂੰ ਨਾ ਇਸ਼ਕ ਆ, ਅਤੇ ਅਕਲ ਜਿਹੜੀ ਆ ਉਹ ਅੰਗਰੇਜ਼ਾਂ ਪੜ੍ਹਾ ਕੇ ਆਪਣੀ ਪਾਲਾ ਕਰ ਖਿੱਚ ਲਈ ਹੈ ਜੀ। ਅਤੇ ਮਾਈ ਬਾਪ ਦਾ ਅਦਬ ਇhtਰਾਮ ਨਹੀਂ ਰਿਹਾ ਹੈ, ਉਸਤਾਦ ਦਾ ਅਦਬ ਨਹੀਂ ਰਿਹਾ, ਮਾਂ ਮਸਜਿਦ ਦਾ ਅਦਬ ਇhtਰਾਮ ਨਹੀਂ ਰਿਹਾ, ਮਸਜਿਦਾਂ ਦਾ ਇhtਰਾਮ ਨਹੀਂ ਰਿਹਾ ਹੈ ਜੀ। ਤੋ ਮੇਰਾ ਇੱਕ ਬੇਲੀ ਸੀ ਜੀ, ਵਜ਼ੀਰ ਸੀ ਉਹ ਹੈਦਰਾਬਾਦ, ਉਹਨਾਂ ਆਬਾਦ ਕੀਤਾ ਉਸ ਬੰਦੇ ਨੇ, ਹਾਜੀ ਮੁਸ਼ਤਾਕ ਖਾਂ ਉਹਦਾ ਨਾਂ ਸੀ। ਅਤੇ ਇਹ ਆਈ ਜੀ ਦਾ ਉਹ ਭਰਾ ਸੀਗਾ, ਆਈ ਜੀ ਲੀਗ ਅਹਿਮਦ ਦਾ ਲਾਹੌਰ। ਹਾਂਜੀ ਹਾਂਜੀ। ਅਤੇ ਉਹਨਾਂ ਹੈਦਰਾਬਾਦ ਆਬਾਦ ਕੀਤਾ। ਉਹਨਾਂ ਨੂੰ 100 ਮੁਰੱਬਾ ਉਸ ਵਕਤ ਇਨਾਮ ਦਿੱਤਾ ਅੰਗਰੇਜ਼ਾਂ ਨੇ। ਹਾਂਜੀ 100 ਮੁਰੱਬਾ। ਸਾਰੇ ਖਾਨਦਾਨ ਦੇ ਵਿੱਚੋਂ ਉਹ ਹਾਜੀ ਮੁਸ਼ਤਾਕ ਖਾਂ ਬਹੁਤ ਪੜ੍ਹਿਆ ਲਿਖਿਆ ਆਦਮੀ ਸੀਗਾ। ਹੈਦਰਾਬਾਦ ਉਹਨਾਂ ਆਬਾਦ ਕੀਤਾ ਆਪ। ਉਹ ਜ਼ਿਲ੍ਹੇ ਜਲੰਧਰ ਦਾ ਸੀ, ਪਿੰਡ ਧੋਗੜੀ ਦਾ ਸੀ ਉਹ। ਹਾਂਜੀ ਪੂਰੇ ਜ਼ਿਲ੍ਹੇ ਜਲੰਧਰ ਦੇ ਵਿੱਚ ਪਹਿਲਾ ਟੂਲ ਲਾਇਆ ਤਾਂ ਉਹਨਾਂ ਲਾਇਆ ਬਿਜਲੀ 'ਤੇ, ਪੂਰਾ ਜ਼ਿਲ੍ਹਾ ਦੇਖਣ ਆਇਆ। ਉਹ 108-10 ਸਾਲ ਦਾ ਹੋ ਕੇ ਫੌਤ ਹੋਇਆ। ਫੌਤ ਹੋਏ ਨੂੰ ਵੀ ਹੋ ਗਿਆ 6-7 ਸਾਲ। ਹਾਂਜੀ ਅਤੇ ਉਹ ਮੇਰਾ ਬੜਾ ਬੇਲੀ ਸੀਗਾ। ਅਤੇ ਮੇਰੀ ਉਹਦੀ ਬੈਠਣ ਉੱਠਣ ਬੜੀ ਸੀ, ਬਹੁਤ ਨੇਕ ਆਦਮੀ ਸੀ, ਸਖੀ ਆਦਮੀ ਸੀਗਾ। ਬੱਚਿਆਂ ਨੂੰ ਕਿਤਾਬਾਂ ਮੁਫਤ ਲੈ ਦੇਣੀਆਂ, ਆਪਣੀ ਜ਼ਮੀਨ ਦੇ ਵਿੱਚ ਸਕੂਲ ਫੀਸ ਸਬੀਲਿਲ੍ਲਾਹ ਬਣਾ ਦੇਣਾ। ਬਹੁਤ ਨੇਕ ਅਤੇ ਲਾਇਕ ਆਦਮੀ ਸੀਗਾ। ਅਤੇ ਉਹਦੇ ਨਾਲ ਮੇਰੀ ਬੈਠ ਉੱਠ ਸੀ। ਉਹ ਕੈਦੇ ਆਜ਼ਮ ਦਾ ਵੀ ਦੋਸਤ ਸੀ ਅਤੇ ਲਿਆਕਤ ਅਲੀ ਦਾ ਵੀ ਦੋਸਤ ਸੀ। ਹਾਂਜੀ ਅਤੇ ਕਰਾਚੀ ਉਹਦੀਆਂ ਬੱਚੀਆਂ ਵਿਆਹੀਆਂ ਹੋਈਆਂ ਸੀਗੀਆਂ। ਅਤੇ ਪੋਤੋ ਦਾ ਇੱਕੋ ਹੀ ਦਾ ਇੱਕ ਸੀਗਾ। ਅਤੇ ਉਹ ਗਿਆ ਅਮਰੀਕਾ ਪਾਸ ਕਰਨ, ਅਤੇ ਉੱਥੇ ਉਹਨਾਂ ਦੀ ਅਸਾਇਨ ਕਰ ਲਈ।
ਤੇ ਉਹ ਫਿਰ ਰੋਵੇ ਪਿੱਟੇ ਵਿਚਾਰਾ, ਇੱਕੋ ਹੀ ਤਾਂ ਪੁੱਤ ਸੀ ਉਹਦਾ ਨਵਾਂ ਅਮਰੀਕਾ ਨੇ ਉਹਨੂੰ ਪਾਸ ਕਰ ਲਿਆ। ਕਰ ਲਿਆ। ਹਾਂਜੀ। ਤੇ ਫਿਰ ਉਸ ਆਖਿਆ ਵੀ ਪੁੱਤਰਾ ਹੁਣ ਕੀ ਕਰਨੀ ਆ, ਜੰਗਲ में मोर खेला तो क्या खेला जो बाप के सामने ना खेला। ਵਾਹ ਜੀ। ਤੇ ਪੁੱਤਰਾ ਤੂੰ ਇਹ ਕੀ ਕੀਤਾ? ਹਾਂਜੀ। ਤੇ ਜੀ ਮੈਂ ਉਹਦੇ ਨਾਲ ਦੁਆ ਸਲਾਮ ਛੱਡ ਦਿੱਤੀ ਮੁੰਡੇ ਨਾਲ? ਮੁੰਡੇ ਨਾਲ। ਅੱਛਾ ਜੀ। ਤੇ 4 ਸਾਲ ਮੈਂ ਉਹਦੇ ਨਾਲ ਕੋਈ ਗੱਲਬਾਤ ਨਹੀਂ ਕੀਤੀ। ਮੁਸ਼ਤਾਕ ਖਾਨ ਨੇ? मुश्ताक खान ने बाप ने बेटे के साथ। ਅੱਛਾ ਜੀ। जी बेटे ने फिर वो सिंगापुर तेल ਦਾ ਏਜੰਸੀ ਦਾ ਉਹ ਅਫਸਰ ਬਣਿਆ ਉਹ ਬੱਚਾ। ਅੱਛਾ ਜੀ। ਹਾਂਜੀ। ਤੇ ਉਹ ਮੁਸਲਮਾਨ ਕਰਕੇ ਅੰਗਰੇਜ਼ਣੀ ਜਿਹੜੀ ਉਹ ਮੁਸਲਮਾਨ ਤਾਂ ਕਰ ਲਈ, ਨਿਕਾਹ ਹੋ ਗਿਆ, ਸਾਰਾ ਕੁਝ ਹੋ ਗਿਆ ਬੰਦੋਬਸਤ। ਤੇ ਉਹਨਾਂ ਨੇ ਜੀ ਕਾਇਦਾ ਕੁਲੀਆ ਇਹ ਲਿਖਾਇਆ ਕਿ ਨਾ ਤੂੰ ਕਿਸੇ ਨਾਲ ਸ਼ਾਦੀ ਕਰਾ ਸਕਦਾ ਤੇ ਨਾ ਮੈਂ ਕਿਸੇ ਨਾਲ ਕਰਾ ਸਕਦੀ ਚਾਹ ਜ਼ਿੰਦਗੀ। ਤੇ ਉਹਨਾਂ ਨੇ ਆਖਿਆ ਵੀ ਹੁਣ ਕਿਸੇ ਕਾਇਦੇ ਕੁਲੀਏ ਨਾਲ ਬਾਪ ਸਾਡੇ ਨਾਲ ਬੋਲਦਾ ਨਹੀਂ ਗਾ। ਤੇ ਉਹ ਜੀ ਨੂੰਹ ਨੇ ਤੇ ਪੁੱਤ ਨੇ ਟੈਲੀਫੋਨ ਕੀਤਾ ਤੇ ਅਸੀਂ ਜਾਣਾ ਹੱਜ ਤੇ, ਅਗਰ ਤੂੰ ਨਾ ਆਵੇਂ ਤੇ ਅਸੀਂ ਹੱਜ ਤੇ ਨਹੀਂ ਜਾਣਾ। ਮੈਨੂੰ ਮਜਬੂਰ ਕਰ ਲਿਆ ਹਾਜੀ ਮੁਸ਼ਤਾਕ ਖਾਨ ਨੇ ਕਿਹਾ। ਨਵਾਬ ਆਦਮੀ 7-8 ਆਦਮੀ ਨੇ ਹੱਜ ਕੀਤੇ ਆਪ, ਅਮੀਰ ਆਦਮੀ ਸੀ। ਤੇ ਮੈਨੂੰ ਜੀ ਮਜਬੂਰ ਕੀਤਾ ਇਸ ਵਾਸਤੇ। ਮੈਂ ਫਿਰ ਦੀਨ ਇਸਲਾਮ ਦੀ ਬਾਤ ਹੱਜ ਦੀ ਬਾਤ ਸੀ ਤੇ ਮੈਨੂੰ ਫਿਰ ਜਾਣਾ ਪਿਆ। ਤੇ ਉਹਨੇ ਮੇਰੇ ਪਿੱਛੇ ਨਮਾਜ਼ ਪੜ੍ਹੀ ਤੇ ਮੈਂ ਉਹਨਾਂ ਨੂੰ ਜਮਾਤ ਕਰਾਈ। ਵਾਹ ਜੀ ਵਾਹ। ਲਓ ਜੀ ਚਾਚਾ ਜੀ ਬਹੁਤ ਬਹੁਤ ਸ਼ੁਕਰੀਆ। ਜਿਸ ਵੇਲੇ ਕਿਆਮਤ ਦਾ ਦਿਨ ਹੋਵੇਗਾ ਜੀ, ਇਹ 6 ਲੱਖ ਬੰਦਾ ਜਿਹੜਾ ਸ਼ਹੀਦ ਹੋਇਆ, ਇਹ ਕਿਆਮਤ ਦੇ ਦਿਨ ਜਿਹੜੇ ਇੱਥੇ ਗਲਤ ਕੰਮ ਕਰ ਰਹੇ ਆ, ਰਿਸ਼ਤਾਂ ਚੋਰੀਆਂ ਦਹਿਸ਼ਤਗਰਦੀਆਂ ਵਗੈਰਾ ਬੇਅਦਬੀ ਗੁਸਤਾਖੀਆਂ ਜੋ ਵੀ ਕਰ ਰਹੇ ਆ, ਇਹ 6 ਲੱਖ ਬੰਦੇ ਨੂੰ ਉੱਥੇ ਜਵਾਬ ਦੇ ਹੋਣਗੇ। ਅਸੀਂ ਕੁਰਬਾਨੀਆਂ ਦਿੱਤੀਆਂ, ਮਰੇ, ਤੁਸੀਂ ਸਾਡੇ ਬਣਾਏ ਮੁਲਕ ਨਾਲ ਕੀ ਕੀਤਾ। ਅੱਲਾਹ ਤਾਲਾ ਜੀ ਸਭ ਨੂੰ ਹਦਾਇਤ ਦੇਵੇ। ਹੁਣ ਜਾਂਦੇ ਜਾਂਦੇ ਇੱਕ ਪਾਕਿਸਤਾਨ ਜ਼ਿੰਦਾਬਾਦ ਦਾ ਨਾਰਾ ਮਾਰ ਦਈਏ। ਪਾਕਿਸਤਾਨ ਜ਼ਿੰਦਾਬਾਦ। ਪਾਕਿਸਤਾਨ ਦਾ ਮਤਲਬ ਲਾ ਇਲਾਹਾ ਇल्लल्लाह, ਅੱਲਾਹੁ ਅਕਬਰ, ਅੱਲਾਹੁ ਅਕਬਰ। ਬਹੁਤ ਬਹੁਤ ਸ਼ੁਕਰੀਆ ਜੀ। ਅੱਲਾਹ ਤਾਲਾ ਤੁਹਾਨੂੰ ਸਿਹਤ ਤੰਦਰੁਸਤੀ ਵਾਲੀ ਲੰਮੀ ਜ਼ਿੰਦਗੀ ਦੇ। ਅੱਲਾਹ ਸਾਰਿਆਂ ਦਾ ਖਾਤਮਾ ਅਮਾਨ ਤੇ ਕਰੇ। ਜਿਨ੍ਹਾਂ ਹੱਥਾਂ ਦੇ ਨਾਲ ਕੁਰਾਨ ਖੋਲਾਂ, ਉਹਨਾਂ ਹੱਥਾਂ ਦੇ ਨਾਲ ਖਜੀਰ ਉਠਾਨੀ ਆਵੇ ਤੇ ਰੋਜ਼ ਧਰਮਸ਼ਾਲਾ ਜਾਨੀ ਆਵੇ। ਕਦੋਂ ਹੋਸੀ ਰਹਿਮਤ ਰੱਬ ਦੀ ਤੇ ਹੋਸੀ ਹੁਸੈਨ ਬੀਬੀ ਆਜ਼ਾਦ। ਇਹ ਹੁਸੈਨ ਬੀਬੀ ਕੌਣ ਸੀ ਜੀ ਬਾਬਾ ਜੀ? ਸਈਦਾਂ ਦੀ ਬੱਚੀ ਸੀ। ਸਈਦਾਂ ਦੀ ਬੱਚੀ ਸੀ। ਤੇ ਇਹ ਇਦਾਂ ਦਾ ਗੀਤ ਉਹਨੇ ਕਿੱਥੇ ਗਾਇਆ? ਇਹ ਜੀ ਹਿੰਦੁਸਤਾਨ ਹੀ ਗਾਇਆ ਉਹਨੇ, ਰੇਡੀਓ ਸਟੇਸ਼ਨ ਤੇ ਉਹਨਾਂ ਦੀ। ਮਤਲਬ ਉਹ ਸਿੱਖਾਂ ਦੇ ਕੋਲ ਰਹਿ ਗਏ ਸੀ। ਹਾਂ। ਤੇ ਫਿਰ ਉਹਨਾਂ ਨੇ ਇਹ ਗੱਲ ਕਹੀ ਸੀ। ਇਹ ਗੱਲ ਕਹੀ। ਆਹਾ।